सूबे की कांग्रेस सरकार के वलों मुख मंत्री चरणजीत सिंह चन्नी के वलों ਲੱਖਾਂ दावे किए जाते हैं कि सूबे दे विच नाजायज़ माइनिंग नहीं होण दित्ती जाएगी। पर इन्हां दाव्यां दी इन्हां वादियां दी असल हकीकत की है, ये दस्सण दी लोड़ तां नहीं। अपने स्टिंग ऑपरेशन अपनी खास रिपोर्टां दे राही असीं कई वार तुहानूं विखा चुके हैं कि किस तरीके दे नाल सूबे दे विच चिट्टी रेत दी काली खेड खेडी जा रही है। ते इस वार भी अजिहियां ही कुछ तस्वीरां निकल के सामने आईयां ने राजपुरा तो, जिथों दे लोकां दे वल्लों एक सरपंच ते कई गंभीर इल्जाम लगाए जा रहे हैं। आखिर पूरा मामला की है, रिपोर्ट वेखो। सूबे च कांग्रेस राज है जां माफिया राज, इस दी हकीकत असीं कई बार तुहानूं विखा चुके हैं। अपने इसे प्रोग्राम की समझिए च असीं कई बार माइनिंग माफिया दा पर्दाफाश कर चुके हैं। चिट्टे रेते दी काली खेड नूं बेनकाब कर चुके हैं। कई बार प्रशासन नूं सरकार नूं शीशा विखा चुके हैं ते हुण तां लोक भी माइनिंग माफिया के खिलाफ आवाज़ चुकन लग पे ने। माइनिंग माफिया के खिलाफ डट के खड़न लग पे ने ते अजिहियां ही कुछ तस्वीरां निकल के सामने आईयां ने विधान सभा हलका राजपुरा च पैंदे पिंड सूरत मनौती तो, जिथे नजायज़ माइनिंग का मामला सामने आया। जब साडी टीम मौके ते पहुंची तां जो नज़ारा सानू वेखण नूं मिलिया वो वाकई हैरान कर देने वाला सी। घग्गर दरिया नेड़े करीब 20 फुट माइनिंग की गई सी। पिंड दे लोकां दा इल्जाम है कि नजायज़ माइनिंग किसी होर वल्लों नहीं सगों पिंड दे सरपंच वल्लों ही करवाई जा रही है। एक पासे पंजाब सरकार बड़े बड़े दावे करती है कि माइनिंग बंद कर दी है, पर तुम तस्वीरां नहीं दिखा सकते किस तरीके दे नाल जिहड़ा इत्थे 15 फुट के करीब जिहड़ी इत्थे घग्गर पट दी गई है। और पिंड वासियों का इल्ज़ाम है कि ये सरपंच हैगा सियासी शह के उत्ते ये सारा कारोबार कर रहा है और अपने खेत विच मिट्टी डंप कर रहा है। सानू तो इंसाफ चाहिए सर, बहुत धक्का कर रहा साडे नाल। ये अज दी मिट्टी नहीं चक रहा, 6 महीने पहले भी चक्की इहने लगातार प्रॉपर चक रहा, महीना ब्रेक ला के। पहले एक बंदा मर गया जी इधर सर दूजी साइड, ये फिर भी परवाह करता, इन्हूं फिर भी नस्ता पैनी चाहिए गौरमेंट का। चन्नी सरकार तो बहुत दावे कर रही है वड्डे वड्डे, ਇਹਦਾ ਦਾਅਵੇ 'ਚ ਖੋਖਲੇ ਆ ਜੀ ਬਿਲਕੁਲ ਹੀ। ਉਹ ਕਾਗਜ਼ਾਂ ਪਰ ਚਾਰੀ ਕਾਰਵਾਈ ਉਰੇ ਤਾਂ ਕੁਝ ਨਹੀਂ ਹੈਗਾ ਜੀ। ਜੇ ਜ਼ਮੀਨੀ ਵਰਦਰ ਦੇਖੋ ਤੁਸੀਂ ਕਿੰਨੀ ਚਾਰੀ ਗਲਤ ਕਦਮ ਹੋ ਰਹੇ ਸਾਰੇ। ਇਹ ਤਾਜ਼ੀ ਤਸਵੀਰ ਤੁਹਾਨੂੰ ਦਿਖਾਈਏ, ਤੁਹਾਨੂੰ ਹੋਰ ਦਿਖਾ ਦਿੰਦੇ ਹਾਂ। ਹੋਰ ਵੀ ਖੱਡਾਂ ਇੱਥੇ ਹੈਗੀਆਂ ਨੇ, ਸਾਰੇ ਘੱਗਰ ਵਿੱਚ ਕਈ ਫੁੱਟ ਖੱਡਾਂ ਬਣਾਈ ਹੋਈਆਂ ਨੇ ਔਰ ਇੱਥੋਂ ਮਾਈਨਿੰਗ ਕੀਤੀ ਜਾਂਦੀ ਹੈ। ਔਰ ਮਿੱਟੀ ਦੇ ਜਿਹੜੇ ਟਿੱਪਰ ਨੇ, ਜਿਵੇਂ ਪਿੰਡ ਵਾਸੀ ਇਲਜ਼ਾਮ ਲਗਾ ਰਹੇ 10 ਤੋਂ 12,000 ਰੁਪਇਆ ਇੱਕ ਟਿੱਪਰ ਵਿਕਦਾ ਹੈ। ਮਿੱਟੀ ਦੇ ਨਾਲ ਰੇਤਾ ਵੀ ਜਿਹੜਾ ਹੈਗਾ ਘੱਗਰ ਵਿੱਚੋਂ ਕੱਢਿਆ ਜਾ ਰਿਹਾ, ਉਹ ਨਜਾਇਜ਼ ਜਿਹੜਾ ਤੌਰ ਤੇ ਸੇਲ ਕੀਤਾ ਜਾ ਰਿਹਾ। ਪਿੰਡ ਦੇ ਲੋਕਾਂ ਦਾ ਸਾਫ਼ ਕਹਿਣਾ ਸੀ ਕਿ ਚੰਨੀ ਸਾਹਿਬ ਨਜਾਇਜ਼ ਮਾਈਨਿੰਗ ਨੂੰ ਰੋਕਣ ਦੇ ਵੱਡੇ ਵੱਡੇ ਦਾਅਵੇ ਤਾਂ ਜ਼ਰੂਰ ਕਰਦੇ ਨੇ, ਪਰ ਨਜਾਇਜ਼ ਮਾਈਨਿੰਗ ਸਿਆਸੀ ਸ਼ਹਿ ਤੇ ਕੀਤੀ ਜਾ ਰਹੀ ਹੈ। ਇਹਨਾਂ ਦੇ ਇਲਜ਼ਾਮਾਂ ਦੀ ਫਹਿਰਿਸਤ ਇੱਥੇ ਹੀ ਨਹੀਂ ਮੁੱਕੀ। ਲਓ ਅੱਗੇ ਸੁਣੋ ਕੀ ਕਹਿਣਾ ਹੈ ਪੰਜਾਬ ਦੀ ਆਵਾਮ ਦਾ। 2-2.5 ਮਹੀਨੇ ਬਾਅਦ ਹਰ ਮਹੀਨੇ ਬਾਅਦ ਮੈਂ ਕਰਨਾ ਸ਼ੁਰੂ ਕਰ ਦਿੰਦਾ ਵੀ ਸੀ। 2-3 ਵਾਰੀ ਪਹਿਲਾਂ ਵੀ ਅਪੀਲ ਵੀ ਕਰਦੀ, ਪਰਚੇ ਵੀ ਕਰਾਏ ਹੋਏ ਆ, ਕੋਰਟ 'ਚ ਵੀ ਪਰਚਾ ਲਾਇਆ ਵਾ, ਪਰ ਇਹ ਨਹੀਂ ਹਟਦਾ। ਇਹ ਸਰਕਾਰ ਦੀ ਸ਼ਾਇਦ ਇੰਨਾ ਪੁਲਿਸ ਕੋਲ ਗਏ, ਰਿਪੋਰਟ ਪੁਲਿਸ ਕੋਲ ਸਾਰਾ ਕੁਝ ਰਿਪੋਰਟਾਂ ਹੈ ਜੀ। ਕੀ ਕਹਿੰਦੀ ਪੁਲਿਸ ਕਹਿੰਦੀ ਹਾਂ ਕਰਾ ਦਾਂਗੇ, ਕਰਾਉਂਦਾ ਕੋਈ ਵੀ ਨਹੀਂ ਜੀ। ਸਾਰਾ ਕੁਝ ਦੇਖ ਲਓ। ਕਾਰਨ ਕੀ ਆ ਜੀ, ਉਹ ਇੱਕ ਹਰਦਿਆਲ ਕੰਬੋਜ ਆ ਜੀ ਜਿਹੜੇ ਸਾਡੇ ਮੌਕੇ ਦੇ MLA ਆ, ਉਹਨਾਂ ਦੇ ਸ਼ਾਇਦ ਇਹ ਕੰਮ ਕਰੀ ਜਾਂਦਾ, ਪੁਲਿਸ ਕੰਮ ਨਹੀਂ ਕਰਦੀ। ਇਸ ਕਰਕੇ ਜਿਹੜੇ ਪਿੰਡ ਵਾਲੇ ਬਾਕੀ ਲੋਕ ਤੜ ਤੁੜ ਕੇ ਬਹਿ ਜਾਂਦੇ ਆ, ਉਹਨਾਂ ਦੀ ਕੋਈ ਸੁਣਾਈ ਨਹੀਂ ਕਰਦਾ। ਅਸੀਂ ਬੇਨਤੀ ਕਰਦੇ ਹਾਂ, ਪਹਿਲਾਂ ਵੀ ਪੁਲਿਸ ਵਾਲਿਆਂ ਨੂੰ ਬੇਨਤੀ ਕੀਤੀ ਹੈ, ਹੋਰ ਵੀ ਕਈ ਜਗ੍ਹਾ ਬੇਨਤੀਆਂ, ਅਪੀਲ ਵੀ, ਕੋਰਟ 'ਚ ਕੇਸ ਵੀ ਲਾਇਆ ਵਾ, ਉਹਦੇ ਵੀ ਨਹੀਂ ਡਰਦਾ। ਇਹਦਾ ਸ਼ਾਇਦ ਇਹ ਕੰਮ ਕਰ ਰਿਹਾ ਜੀ। ਚੰਨੀ ਕੀ ਬਿਆਨ ਕਰੀ ਜਾਂਦਾ ਤੇ ਪਿੰਡਾਂ 'ਚ ਕੀ ਹੋਈ ਜਾਂਦਾ, ਹੇਠਲੇ ਲੈਵਲ ਤੇ ਤਾਂ ਦੇਖੇ ਸਰਕਾਰ ਕੀ ਹੋ ਰਿਹਾ ਜੀ। ਇਹ ਤੁਹਾਡੇ ਸਾਹਮਣੇ 16 ਫੁੱਟ ਦੇ ਖੱਡੇ ਜੀ ਪੂਰੇ ਦੇ ਪੂਰੇ ਵਿੱਚ। ਇੰਨੇ ਕਦੇ 2 ਮਹੀਨੇ ਕਦੇ 2.5 ਮਹੀਨੇ ਛੱਡ ਕੇ ਤੇ ਰੌਲਾ ਰੱਪਾ ਪਾਉਂਦੇ ਹਾਂ ਅਸੀਂ। ਸਾਡੇ ਰੌਲੇ ਰੱਪੇ ਦੇ ਬਾਅਦ ਫਿਰ 2-2.5 ਮਹੀਨੇ ਦਾ ਗੈਪ ਆ ਕੇ ਫਿਰ ਮੈਨਿੰਗ ਚਲਾ ਦਿੰਦਾ ਹੈ। ਦੂਜੇ ਪਾਸੇ ਜਦੋਂ ਸਾਡੇ ਸਹਿਯੋਗੀ ਨੇ ਪਿੰਡ ਦੇ ਸਰਪੰਚ ਨੈਬ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹ ਇਹਨਾਂ तमाम ਇਲਜ਼ਾਮਾਂ ਨੂੰ ਨਕਾਰਦੇ ਵਿਖਾਈ ਦਿੱਤੇ। ਪਿੰਡ ਦੇ ਸਰਪੰਚ ਦਾ ਕਹਿਣਾ ਸੀ ਕਿ ਉਸ ਵੱਲੋਂ ਅਜਿਹਾ ਕੋਈ ਕੰਮ ਨਹੀਂ ਕੀਤਾ ਗਿਆ, ਇਹ ਤਾਂ ਪਿੰਡ ਦੇ ਲੋਕ ਹੀ ਕਮਲੇ ਨੇ ਜਿਨ੍ਹਾਂ ਨੂੰ ਪਿੰਡ ਦਾ ਹੋ ਰਿਹਾ ਵਿਕਾਸ ਰਾਸ ਨਹੀਂ ਆ ਰਿਹਾ। ਇਸੇ ਲਈ ਉਹਨਾਂ ਵੱਲੋਂ ਅਜਿਹੇ ਇਲਜ਼ਾਮ ਮੇਰੇ ਤੇ ਲਾਏ ਜਾ ਰਹੇ ਨੇ। ਲਓ ਸੁਣ ਲਓ ਕੀ ਕਹਿਣਾ ਹੈ ਸਰਪੰਚ ਸਾਹਿਬ ਦਾ। देखो उन्होंने इल्ज़ाम बिल्कुल गलत इल्ज़ाम ला रहे हैं। वो मेरे विरोधी पार्टी है, क्योंकि मैं उन्होंने घट तो घट 470 वोटां नाल हराया तो जिहड़ी वो टीम है 2-4 बंदे हैं जिहड़े उत्ते घूमदे, उन्होंने कोई पिंड के विकास की गल नहीं करते।
ਉਹ ਤਾਂ ਵਿਰੋਧ ਇਹੀ ਗੱਲ ਕਰਦੇ ਆ, ਕਿਉਂਕਿ ਮੈਂ ਕੰਮ ਕਰਾ ਰਿਹਾ ਪਿੰਡ ਦੇ ਵਿੱਚ। ਜੇ ਇੱਕ ਵੀ ਟਿੱਪਰ ਮੇਰੇ ਖੇਤ 'ਚ ਪਿਆ ਹੋਵੇ ਮੈਂ ਦੇਣਦਾਰ ਹੋਵਾਂਗਾ। ਅੱਛਾ, ਜਿਹੜੀ ਗੱਲ ਕਰਦੇ ਆ ਉਹ ਮਾਈਨਿੰਗ ਦੀ, ਹੁਣ ਮਾਈਨਿੰਗ ਦੇਖੋ ਏਡਾ ਬੜਾ ਘੱਗਰ ਹੈ, ਹੁਣ ਕੀ ਪਤਾ ਕਿਹਨੇ ਉੱਥੋਂ ਟਿੱਪਰ ਚੱਕਿਆ, 2 ਚੱਕੇ 4 ਚੱਕੇ, ਮੈਨੂੰ ਨਹੀਂ ਪਤਾ ਇਸ ਗੱਲ ਦਾ। ਪਰ ਜਿਹੜੇ ਮੇਰੇ ਤੇ ਇਲਜ਼ਾਮ ਉਹ ਲਾ ਰਹੇ ਆ ਬਿਲਕੁਲ ਬੇਬੁਨਿਆਦ ਹੈ ਤੇ ਬਿਲਕੁਲ ਝੂਠੇ ਆ। ਵੈਸੇ ਸੋਚਣ ਵਾਲੀ ਗੱਲ ਇਹ ਵੀ ਹੈ ਕਿ ਕੀ ਇਹ ਪਿੰਡ ਅਨੋਖਾ ਹੈ? ਇੱਥੋਂ ਦੇ ਲੋਕ ਵਾਕਈ ਕਮਲੇ ਨੇ ਜੋ ਇਹਨਾਂ ਨੂੰ ਵਿਕਾਸ ਪਸੰਦ ਨਹੀਂ ਆਉਂਦਾ। ਉਹ ਵਿਕਾਸ ਜਿਸ ਦੀ ਭਾਲ ਪੂਰਾ ਪੰਜਾਬ ਕਰ ਰਿਹਾ, ਜਾਂ ਵਾਕਈ ਦਾਲ 'ਚ ਕੁਝ ਕਾਲਾ ਹੋਇਆ ਪਿਆ? ਵਾਕਈ ਇੱਥੇ ਚਿੱਟੇ ਰੇਤੇ ਦਾ ਕਾਲਾ ਖੇਡ ਜਾਰੀ ਹੈ। ਵੈਸੇ ਤੁਸੀਂ ਹੀ ਦੱਸੋ, ਕੀ ਸਮਝੀਏ? ਪਟਿਆਲਾ ਜ਼ਿਲ੍ਹਾ ਦੇ ਹਲਕਾ ਰਾਜਪੁਰਾ ਵਿੱਚ ਤੁਸੀਂ ਆਪ ਤਸਵੀਰਾਂ ਨੇ ਦੇਖਿਆ ਕਿਸ ਤਰੀਕੇ ਦੇ ਨਾਲ ਨਜਾਇਜ਼ ਮਾਈਨਿੰਗ ਚੱਲ ਰਹੀ ਹੈ, ਔਰ ਪਿੰਡ ਵਾਸੀਆਂ ਦੀ ਮੰਗ ਹੈ ਕਿ ਚੰਨੀ ਸਰਕਾਰ ਜਿਹੜੇ ਵੱਡੇ ਦਾਅਵੇ ਕਰਦੀ ਹੈ ਉਹਨੂੰ ਜ਼ਮੀਨੀ ਹਕੀਕਤ ਤੇ ਵੀ ਇੰਪਲੀਮੈਂਟ ਕਰੇ। ਕੈਮਰਾ ਪਰਸਨ ਰਵੀ ਜੱਬਲ ਦੇ ਨਾਲ ਗਗਨਦੀਪ ਪੂਜਾ, PTC ਨਿਊਜ਼, ਸੂਰਤ ਪਨੋਲੀ, ਪਟਿਆਲਾ। ਹੁਣ ਤੁਹਾਨੂੰ ਸੰਗਰੂਰ ਦੀਆਂ ਤਸਵੀਰਾਂ ਵਿਖਾਉਂਦੇ ਹਾਂ, ਜਿੱਥੋਂ ਦੇ ਪਿੰਡ ਫਤਿਹਗੜ੍ਹ ਛੰਨਾ ਦੇ ਵਿੱਚ ਬੇਰੋਜ਼ਗਾਰ ਅਧਿਆਪਕਾਂ ਤੇ ਪੁਲਿਸ ਵੱਲੋਂ ਤਸ਼ੱਦਦ ਢਾਇਆ ਗਿਆ। हल्का इंचार्ज दामन बाजवा जी ਦਰਅਸਲ ਇੱਥੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਪਹੁੰਚੇ ਹੋਏ ਸਨ, ਪਰ ਇੱਥੇ ਬੇਰੋਜ਼ਗਾਰ ਅਧਿਆਪਕ ਵੀ ਪਹੁੰਚ ਗਏ, ਜਿਨ੍ਹਾਂ ਦੇ ਵੱਲੋਂ ਸੀਐਮ ਚੰਨੀ ਦਾ ਵਿਰੋਧ ਕੀਤਾ ਜਾਣ ਲੱਗਾ, ਨਾਅਰੇਬਾਜ਼ੀ ਕੀਤੀ ਜਾਣ ਲੱਗੀ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਹਨਾਂ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ। ਇਹਨਾਂ ਨੂੰ ਘੜੀਸ ਕੇ ਉੱਥੋਂ ਲਿਜਾਇਆ ਗਿਆ। ਇਹਨਾਂ ਦੀ ਨਾਅਰੇਬਾਜ਼ੀ ਦੀ ਆਵਾਜ਼ ਕਿਤੇ ਸੀਐਮ ਚੰਨੀ ਸਾਹਿਬ ਦੇ ਕੰਨਾਂ ਤੱਕ ਨਾ ਪਹੁੰਚ ਜਾਵੇ, ਇਸ ਦੇ ਲਈ ਪੁਲਿਸ ਵੱਲੋਂ ਬਾਕਾਇਦਾ ਪ੍ਰਦਰਸ਼ਨਕਾਰੀਆਂ ਦੇ ਮੂੰਹ ਬੰਦ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਦੀਆਂ ਤਸਵੀਰਾਂ ਤੁਹਾਡੀ ਸਕਰੀਨ ਤੇ ਨੇ। ਬੋਲ ਤਾਂ ਲੈਣ ਦਿਓ, ਇਹਨਾਂ ਪੁਲਿਸ ਵੱਲੋਂ ਕੀਤਾ ਗਿਆ ਜੀ ਇਹ ਸਾਰਾ ਕੁਝ। ਸੀਐਮ ਦੀ ਮੌਜੂਦਗੀ 'ਚ ਹੀ ਇਹਨਾਂ ਬੇਰੋਜ਼ਗਾਰ ਅਧਿਆਪਕਾਂ ਤੇ ਇਹ ਤਸ਼ੱਦਦ ਢਾਇਆ ਗਿਆ। ਕੁੜੀਏ ਕੋਈ ਨਹੀਂ ਭਾਈ ਨਾਲ ਪੰਜਾਬ ਸਰਕਾਰ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ, ਯੂਨੀਅਨ ਜਿੰਦਾਬਾਦ, ਯੂਨੀਅਨ ਜਿੰਦਾਬਾਦ। ਵੀ ਜਾਓ ਯਾਰ ਤੇ ਅਗਲੀ ਖਬਰ ਦਾ ਰੁਖ ਕਰਦੇ ਹਾਂ। ਹੁਣ ਤੁਹਾਨੂੰ ਤਸਵੀਰਾਂ ਵਿਖਾਉਂਦੇ ਹਾਂ ਇੱਕ ਢਾਬੇ 'ਚ ਹੋਏ ਦੰਗਲ ਦੀ। ਜੀ ਹਾਂ, ਇਸ ਢਾਬੇ 'ਚ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਬੁਰੇ ਤਰੀਕੇ ਦੇ ਨਾਲ ਭੰਨ-ਤੋੜ ਕੀਤੀ ਗਈ, ਇੱਕ ਸ਼ਖਸ ਦੀ ਕੁੱਟਮਾਰ ਕੀਤੀ ਗਈ। ਪਰ ਆਖਿਰ ਇਹ ਸਭ ਹੋਇਆ ਕਿਉਂ? ਜਨਾਬ, ਇਹ ਸਭ ਕੁਝ ਹੋਇਆ ਹੈ ਮਹਿਜ਼ 120 ਰੁਪਏ ਦੀ ਖਾਤਰ। ਆਖਿਰ ਪੂਰਾ ਮਾਮਲਾ ਕੀ ਹੈ? ਰਿਪੋर्ट ਵੇਖੋ। कोई थप्पड़ मार रहा है, कोई सिलेंडर खींच रहा है, कोई भज रहा है तो कोई सामान बन रहा है। इंज लग रहा है कि ढाबे च दंगल चल रहा होवे, मारकुट की जा रही है ते सब कुछ हुए पैसियां पीछे। जी हाँ, महज 120 रुपया ने ये कारा करवा दिता है। खिलरिया होया कच, टुटिया होया फर्नीचर इस गल की गवाही पा रही है कि वाकई इत्थे कोई वड्डी वारदात नूं अंजाम दिता गया। दरअसल एक खौफनाक तस्वीरां ने गुरदासपुर दियां, जिथे रोटी दे बने 120 रुपए दे बिल नूं लैके ढाबा मालक अते नौजवानां दे विच हथोपाई हो गई। मामला इन्ना वध गया कि हथोपाई ने लड़ाई का रूप धारण कर लिया, जिस कारण नौजवानां ने ढाबे दे मालक उत्ते हमला कर दिता। उसकी कुटमार की गई ते ढाबे का सारा समान तोड़ दिता गया, जिन्हां दी तस्वीरां CCTV दे विच कैद हो गईयां ने। जानकारी देंदियां ढाबा मालक ने दस्सिया है कि ढाबे उत्ते 2 नौजवान खाना खाण दे लई आए सन, जिन्हां दा 120 रुपए बिल बनदा सी अते इन्हां नौजवानां ने बिल दे पूरे पैसे देण तो मना कर दिता ਅਤੇ ਉਹਨਾਂ ਦੇ ਨਾਲ ਗਾਲੀ ਗਲੋਚ ਅਤੇ ਹੱਥੋਂ ਪਾਈ ਸ਼ੁਰੂ ਕਰ ਦਿੱਤੀ। ਗੱਲ ਕੁਛ ਨਹੀਂ, ਇੱਕ ਲਾਡਾ ਨਾਂ ਦਾ ਵਿਅਕਤੀ ਆ, ਕਾਦੀਆ ਰਹਿੰਦਾ, ਹੁਣ ਇੱਥੇ ਆ ਗਿਆ ਦਾ ਬੜੀ ਦੇਰ ਦਾ ਆਂਦਾ ਰਿਹਾ। ਹੁਣ ਅੱਜ 2-3 ਸਾਲ ਬਾਅਦ ਆਇਆ, 120 ਰੁਪਏ ਬਿੱਲ ਸੀ ਸਾਰਾ। ਆਈ ਉਹਨੂੰ ਕਹਿੰਦਾ ਮੈਂ ਨਹੀਂ ਦੇਣੇ, ਕਿਹਾ ਨਾ ਦੇ। ਅਤੋਂ ਉਹਨੇ ਗਾਲੀ ਗਲੋਚ ਸ਼ੁਰੂ ਕਰਤੀ।
ਸਾਡੇ ਬੰਦਿਆਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਛੋਟੇ ਭਰਾ ਇਹਨੂੰ ਸੱਟਾ ਲਾ ਕੇ ਇਹਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਚੱਲ ਤੂੰ ਬਾਹਰ ਨਿਕਲ। ਉਹ ਜਦੋਂ ਉਹਨੇ ਉਹਨੂੰ ਬਾਹਰ ਕੱਢਿਆ ਉਹਦੇ ਡਿੱਗਿਆ, ਉਹਦੇ ਸੱਟ ਲੱਗ ਗਈ। ਉਨੀ ਦਿਨ ਉਹਨੇ ਮੁੰਡੇ ਬੁਲਾਏ ਫੋਨ ਕਰਕੇ, ਭਾਜੀ ਮੁੰਡੇ 4-5 ਮੁੰਡੇ ਆਏ, ਵੀਡੀਓ ਆਏ ਸਾਰੇ, ਤੁਸੀਂ ਵੇਖ ਸਕਦੇ ਹੋ। ਦਾਤਰ ਕਿਰਪਾਨ ਉਹਨਾਂ ਕੋਲ ਆਂਦੇ, ਉਹਨੇ ਪਹਿਲੇ ਮੁੰਡੇ ਦੇ ਸੱਟਾ ਲਾਈ ਆ, ਫਿਰ ਭੰਨ ਤੋੜ ਕੀਤੀ, ਫਿਰ ਉਹਨੇ ਕੈਮਰਾ ਲਾਇਆ, LDD ਤੋੜੀ ਤੇ ਉਹ ਕਰਕੇ ਸਾਰਾ ਨੁਕਸਾਨ ਕਰਕੇ ਭਾਜੀ। ਉਹ ਬਿੱਲ ਭਾਈ ਸਾਰਾ 120 ਰੁਪਏ ਭਾਜੀ। ਮੇਰੇ ਕੋਲ ਹੈਗਾ ਵਾਲੀਆ ਢਾਬਾ ਨਾਂ ਤੇ ਆ, ਤੇ ਇੱਕ ਤੋਂ ਡਰਿੰਕ ਬਾਤਲ ਲਾਇਸੈਂਸ ਸਾਡੇ ਕੋਲ ਹੱਥ ਟਾਈਪ ਦਾ, ਤੇ ਉਹਦੇ ਨਾਂ ਤੇ 120 ਰੁਪਏ। ਹਾਂਜੀ 120 ਰੁਪਏ ਹੀ ਭਾਜੀ। ਬੜਾ ਉਹਨੂੰ ਸਮਝਾਇਆ ਕਿ ਰਹਿਣ ਦੋ 120 ਰੁਪਏ, ਉਹ ਗਾਲੀ ਗਲੋਚ ਸ਼ੁਰੂ ਕਰਤੀ ਉਹਨੇ। ਕਿੰਨੇ ਬੰਦੇ ਆਏ ਦੋਵੇਂ? ਇਹ ਉਹ ਕੱਲਾ ਸੀ ਭਾਜੀ, ਬਾਅਦ ਚ ਉਹਨੇ ਮੁੰਡੇ ਬੁਲਾਏ ਭਾਜੀ। ਤੁਹਾਡੇ ਸਾਹਮਣੇ ਹੀ ਆ, ਲੱਖ ਰੁਪਏ ਦੇ ਲਾਗੇ ਦਾ ਨੁਕਸਾਨ ਹੋ ਗਿਆ ਭਾਜੀ। ਉਧਰ ਪੁਲਿਸ ਨੇ ਦੋਹਾਂ ਧਿਰਾਂ ਦੇ ਬਿਆਨ ਦਰਜ ਕਰਕੇ ਅਤੇ CCTV ਫੁਟੇਜ ਦੇ ਆਧਾਰ ਉੱਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੌਕੇ ਤੇ ਜਾ ਕੇ ਮੈਂ ਵੇਖ ਕੇ ਆਇਆ, ਉੱਥੇ ਜਿਹੜੀ ਟੁੱਟ ਭੱਜ ਹੋਈ ਹੈ ਤੇ ਉਸ ਸੰਬੰਧੀ ਜੋ ਵੀ ਤੱਥ ਸਾਹਮਣੇ ਆਣਗੇ, ਜੋ ਵੀ ਕੁਝ ਹੋਏਗਾ ਉਹ ਸਾਨੂੰ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਘਟਨਾ ਕੀ ਹੋਈ ਹੈ ਸਰ ਉੱਥੇ? ਘਟਨਾ ਜੀ ਦੱਸਿਆ ਉਹਨਾਂ ਨੇ ਵੀ ਇੱਥੇ ਮੁੰਡੇ ਆਏ ਨੇ ਖਾਣ ਪੀਣ ਵਾਸਤੇ, ਉਹਦੇ ਨਾਲ ਸੰਬੰਧੀ ਝਗੜਾ ਹੋਇਆ ਉਹਨਾਂ ਦਾ। ਉਹ ਉਸ ਤੋਂ ਬਾਅਦ ਪੈਸੇ ਤੋਂ ਲੈਣ ਦੇਣ ਤੋਂ ਉਹਨਾਂ ਦਾ ਝਗੜਾ ਹੋਇਆ, ਉੱਥੇ ਮੁੜ ਕੇ ਉਹਨਾਂ ਦਾ ਤੋੜ ਭੰਨ ਕਰਤੀ। ਕਿੰਨੇ ਮੁੰਡੇ ਹੈਗੇ ਜਿਹੜੇ ਆਏ? ਨਹੀਂ, ਮੈਨੂੰ ਇਸ ਬਾਰੇ ਕੋਈ ਬਿਆਨ ਨਹੀਂ ਦਿੱਤਾ। ਕੋਈ CCTV ਸਾਹਮਣੇ ਆਈ ਹੈ? ਮੇਰੇ ਕੋਲ ਕੁਝ ਨਹੀਂ ਕੀਤਾ ਜਿਹਨਾਂ ਨੇ ਦਿੱਤਾ। CCTV ਲਈ ਵੀ ਜਾਵੇ? ਨਹੀਂ। ਕੀ ਸਾਹਮਣੇ ਆਇਆ ਹੁਣ ਤੱਕ? ਕੀ ਸਾਹਮਣੇ ਆਇਆ ਦੱਸ ਜਿਹੜੇ ਆਏ? ਕੋਈ ਦੱਸ ਜਿਹੜੇ ਸਾਹਮਣੇ ਆਣਗੇ ਤੱਕ ਮੇਰੇ ਕੋਈ ਨਹੀਂ, ਉਹਨਾਂ ਨੇ ਦੱਸ ਨਹੀਂ ਦਿੱਤੇ ਕੋਈ ਆਏ ਸਾਹਮਣੇ ਆਏ। ਜਦੋਂ ਵੀ ਆਣਗੇ ਤੇ ਆਪਾਂ ਸਟੇਟਮੈਂਟ ਦੇਣਗੇ ਤੇ ਆਪਾਂ ਬੰਦੀ ਕਾਰਵਾਈ ਕਰਾਂਗੇ। खैर, ना बाप बड़ा ना भैया, सबसे बड़ा रुपया। रुपया ਜਾਂ ਕਹਿ ਲਵੋ ਪੈਸੇ, ਅਜਿਹੀ ਚੀਜ਼ ਹੈ ਜਿਸਨੇ ਨਾ ਜਾਣੇ ਕਿੰਨੇ ਲੋਕਾਂ ਦੇ ਵਿੱਚ ਫੇਕ ਪਵਾ ਦਿੱਤੀ, ਕਿੰਨੇ ਰਿਸ਼ਤੇ ਖਰਾਬ ਕਰਵਾ ਦਿੱਤੇ, ਕਿੰਨੀਆਂ ਕੁ ਲੜਾਈਆਂ ਕਰਵਾ ਦਿੱਤੀਆਂ। ਇਸ ਬਾਰੇ ਤੁਸੀਂ ਵੀ ਬਖੂਬੀ ਜਾਣੋ, ਪਰ ਮਹਿਜ਼ 120 ਰੁਪਏ ਪਿੱਛੇ ਕਿਸੇ ਦੀ ਜਾਨ ਦਾ ਵੈਰੀ ਬਣ ਜਾਣਾ ਬੇहद ਸ਼ਰਮਨਾਕ ਗੱਲ ਹੈ। ਗੁਰਦਾਸਪੁਰ ਤੋਂ ਰਵੀ ਬਖਸ਼ ਸਿੰਘ ਦੇ ਨਾਲ ਬਿਊਰੋ ਰਿਪੋਰਟ PTC ਨਿਊਜ਼। ਜੇਕਰ ਤੁਹਾਨੂੰ ਵੀ ਲੱਗਦਾ ਹੈ ਕਿ ਵੱਡੇ ਹੋਟਲਾਂ ਦੀ ਵੈਲੇ ਪਾਰਕਿੰਗ 'ਚ ਤੁਹਾਡੀ ਗੱਡੀ ਸੁਰੱਖਿਅਤ ਹੈ ਤਾਂ ਤੁਹਾਨੂੰ ਇਹ ਅਗਲੀ ਰਿਪੋਰਟ ਗੌਰ ਨਾਲ ਵੇਖਣੀ ਚਾਹੀਦੀ ਹੈ। ਤੁਹਾਡੇ ਸਾਰੇ ਭੁਲੇਖੇ ਦੂਰ ਹੋ ਜਾਣਗੇ। ਲਓ ਵੇਖੋ। ਇਹਨਾਂ ਤਸਵੀਰਾਂ ਨੂੰ ਗੌਰ ਨਾਲ ਵੇਖੋ ਤੇ ਇਸ ਸ਼ਖਸ ਤੋਂ ਤਾਂ ਨਜ਼ਰ ਬਿਲਕੁਲ ਨਾ ਹਟਾਇਓ, ਕਿਉਂਕਿ ਇਸਨੇ ਉਹ ਕਰ ਵਿਖਾਇਆ ਹੈ ਜਿਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਜੀ ਹਾਂ, ਇੱਕ ਵਾਰ ਫਿਰ ਦੇਖੋ ਇਹ ਤਸਵੀਰਾਂ। ਕੁਝ ਸਮਝ ਲੱਗਿਆ? ਜੇਕਰ ਨਹੀਂ ਤਾਂ ਅਸੀਂ ਤੁਹਾਨੂੰ ਤਫਸੀਲ ਨਾਲ ਸਮਝਾਉਂਦੇ ਹਾਂ, ਕਿਉਂਕਿ ਸਾਡਾ ਤਾਂ ਕੰਮ ਹੀ ਇਹੀ ਹੈ। ਪਰ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਸਲਾਹ ਦਵਾਂਗੇ ਕਿ ਜੇਕਰ ਤੁਸੀਂ ਵੀ ਆਪਣੀ ਗੱਡੀ ਕਰਵਾਉਂਦੇ ਹੋ ਵੈਲੇ ਪਾਰਕਿੰਗ ਤਾਂ ਸਾਵਧਾਨ ਹੋ ਜਾਓ। ਅਜਿਹਾ ਅਸੀਂ ਕਿਉਂ ਆਖ ਰਹੇ ਹਾਂ, ਚਲੋ ਦੱਸ ਦਿੰਦੇ। ਦਰਅਸਲ ਇਹ ਤਸਵੀਰਾਂ ਨੇ ਲੁਧਿਆਣਾ ਦੀਆਂ, ਜਿੱਥੇ ਕੁਝ ਲੋਕ ਮਸ਼ਹੂਰ ਹੋਟਲ ਦੇ ਵਿੱਚ ਫੰਕਸ਼ਨ ਅਟੈਂਡ ਕਰਨ ਲਈ ਆਏ ਸਨ, ਜਿਨ੍ਹਾਂ ਨੇ ਆਪਣੀ ਗੱਡੀ ਵੈਲੇ ਪਾਰਕਿੰਗ ਲਈ ਦਿੱਤੀ ਸੀ। ਪਰ ਤਸਵੀਰਾਂ 'ਚ ਦਿਖਾਈ ਦੇ ਰਿਹਾ ਇਹ ਸ਼ਖਸ ਗੱਡੀ ਚੋਰੀ ਕਰਕੇ ਫਰਾਰ ਹੋ ਗਿਆ, ਕਿਸੇ ਨੂੰ ਪਤਾ ਵੀ ਨਹੀਂ ਲੱਗਿਆ। ਜਾਣਕਾਰੀ ਦਿੰਦਿਆਂ ਪੀੜਿਤ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਵਿਅਕਤੀ ਆਇਆ ਜਿਸ ਕੋਲ ਪਾਰਕਿੰਗ ਦਾ ਆਈ ਕਾਰਡ ਵੀ ਸੀ। ਉਹਨਾਂ ਤੋਂ ਇਹ ਕਹਿ ਕੇ ਪਾਰਕਿੰਗ ਵਾਲਾ ਕਾਰਡ ਲੈ ਆਇਆ ਕਿ ਉਹਨਾਂ ਦੀ ਗੱਡੀ ਦੂਸਰੀ ਪਾਰਕਿੰਗ ਵਿੱਚ ਲਗਾਈ ਹੈ। ਜਾਣ ਲੱਗਿਆ ਉਹਨਾਂ ਨੂੰ ਜਾਲੀ ਕਾਰਡ ਵੀ ਦੇ ਕੇ ਗਿਆ, ਜਿਸ ਉੱਪਰ ਪਾਰਕਿੰਗ ਕੰਪਨੀ ਦਾ ਹੀ ਨਾਮ ਲਿਖਿਆ ਹੋਇਆ ਸੀ। ਜਦੋਂ ਆਪਣੀ ਗੱਡੀ ਲੈਣ ਲਈ ਆਏ ਤਾਂ ਉੱਥੇ ਗੱਡੀ ਮੌਜੂਦ ਹੀ ਨਹੀਂ ਸੀ। ਮਹਾਰਾਜਾ ਏਜੰਸੀ ਫੰਕਸ਼ਨ ਅਟੈਂਡ ਕਰਨ ਗਏ ਸੀਗੇ। ਉਧਰ ਸਰ ਅਸੀਂ ਪੌਣੇ 10 ਵਜੇ ਪਹੁੰਚੇ ਤੇ ਉਧਰ ਕਰੇਟਾ ਕਾਰ ਅਸੀਂ ਵੈਲੇ ਪਾਰਕਿੰਗ ਕਰਾਈ। 10 ਵਜੇ ਦੇ ਕਰੀਬ ਸਾਡੇ ਕੋਲ ਕਾਰਡ ਚੇਂਜ ਕਰਨ ਇੱਕ ਬੰਦਾ ਆਇਆ, ਉਹਨੇ ਸਾਡਾ ਕਾਰਡ ਚੇਂਜ ਕੀਤਾ ਤੇ ਉਹੀ ਗਰੁੱਪ ਦਾ ਰਿਓਨ ਗਰੁੱਪ ਦਾ ਕਾਰਡ ਸੀਗਾ। ਉਹਦੇ ਤੇ ਸਾਡਾ ਹੀ ਗੱਡੀ ਨੰਬਰ PB10HK 9222 ਕਰੇਟਾ ਕਾਰ ਸੀਗੀ। ਉਹਦਾ ਨੰਬਰ ਲਿਖ ਕੇ ਸਾਡੇ ਕੋਲ ਲਿਆਇਆ ਤੇ ID ਪਾਈ ਹੋਈ ਸੀਗੀ। ਅਸੀਂ ID ਚੈੱਕ ਕੀਤੀ ਉਹਦੀ, ਉਹ ਕਹਿੰਦਾ ਸੀਗਾ ਵੀ ਤੁਹਾਡੀ ਕਾਰ ਦੂਜੀ ਪਾਰਕਿੰਗ 'ਚ ਸ਼ਿਫਟ ਕਰਨੀ ਹੈ, ਇਸ ਕਰਕੇ ਆਹ ਕਾਰਡ ਰੱਖ ਕੇ ਸਾਡਾ ਦੂਜਾ ਆਪਣਾ ਜਿਹੜਾ ਪਹਿਲਾਂ ਤੁਹਾਨੂੰ ਕਾਰਡ ਮਿਲਿਆ ਪੌਣੇ 10 ਵਜੇ ਉਹ ਦੇ ਦਿਓ। ਮਹਾਰਾਜਾ ਏਜੰਸੀ ਫਿਰੋਜ਼ਪੁਰ ਰੋਡ ਤੇ। ਹਾਂਜੀ ਬਸ ਫਿਰ ਸਰ ਉਸ ਤੋਂ ਬਾਅਦ ਜਦੋਂ 10:15 ਵਜੇ ਬਾਹਰ ਗੱਡੀ ਲੈਣ ਆਏ ਤੇ ਗੱਡੀ 'ਚ ਇੱਕ ਕਾਰਡ ਦਿੱਤਾ ਵੀ ਚਾਬੀ ਲੈਣ ਵਾਸਤੇ। ਉਹ ਕਹਿੰਦੇ ਸਰ ਇਹ ਤਾਂ ਗੱਡੀ ਨਿਕਲ ਗਈ ਹੋਈ ਆ ਤੇ ਤੁਹਾਡਾ ਜਿਹੜਾ ਦੂਜਾ ਕਾਰਡ ਹੈ ਇਹ 'ਚ ਕਹਿੰਦੇ ਸਾਡੇ ਪ੍ਰਿੰਟਿੰਗ ਦੀ ਇੰਨਾ ਮਿਸਟੇਕ ਹੈਗੀ ਹੈ, ਇਹ ਕਾਰਡ ਸੇਮ ਨਹੀਂ ਹੈਗਾ ਸਾਡਾ। ਫਿਰ CCTV ਰਿਕਾਰਡਿੰਗ ਚੈੱਕ ਕੀਤੀ। CCTV ਰਿਕਾਰਡਿੰਗ 'ਚ ਸਾਫ਼ ਦਿਖ ਰਿਹਾ ਕਿ ਵੈਲੇ ਵਾਲਾ ਦਾ ਬੰਦਾ ਉਹਨਾਂ ਨੂੰ ਕਾਰਡ ਹੈਂਡ ਓਵਰ ਕਰ ਰਿਹਾ ਕਾਰ ਪੂਰੀ,
ਤੇ ਉਸ ਤੋਂ ਬਾਅਦ ਬਸ ਉਹ ਕਾਰ ਲੈ ਕੇ ਬੰਦਾ ਗੇਟੋਂ ਬਾਹਰ ਜਾ ਰਿਹਾ। ਉਧਰ ਇਸ ਮਾਮਲੇ ਸੰਬੰਧੀ ਪੁਲਿਸ ਜਾਂਚ ਵਿੱਚ ਜੁਟ ਗਈ ਹੈ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਉੱਤੇ ਮੁਲਜ਼ਮ ਨੂੰ ਲੱਭਿਆ ਜਾ ਰਿਹਾ ਹੈ। ਪੁਲਿਸ ਵੱਲੋਂ ਦਾਅਵਾ ਕੀਤਾ ਜਾ ਰਿਹਾ ਹੈ ਕਿ ਛੇਤੀ ਹੀ ਚੋਰ ਨੂੰ ਗ੍ਰਿਫਤਾਰ ਕਰ ਲਿੱਤਾ ਜਾਵੇਗਾ। ਕੈਮਰੇ ਹੋਟਲ ਦੇ ਵਿੱਚ ਜਿਹੜੇ ਲੱਗੇ ਹੋਏ ਆ ਕੈਮਰੇ ਯਾਨੀ ਅਸੀਂ ਕਾਫੀ ਚੈੱਕ ਕੀਤੇ ਗਏ ਤੇ ਜਲਦੀ ਦੋਸ਼ੀ ਨੂੰ ਜਿਹੜਾ ਕਾਬੂ ਕਰ ਲਿਆ ਜਾਊਗਾ। ਸਰ ਕਿੱਦਾਂ ਉਹਨਾਂ ਨੇ ਕੋਈ ਆਈ ਕਾਰਡ ਵਗੈਰਾ ਚੈੱਕ ਨਹੀਂ ਕੀਤਾ, ਕਿੱਦਾਂ ਕਿ ਉਹਨਾਂ ਨੇ ਆਈ ਕਾਰਡ ਡੁਪਲੀਕੇਟ ਬਣਾਇਆ, ਕਿ ਕਿਹਦੇ ਲਈ ਸਰਕਾਰ ਨੇ ਬਣਾਇਆ ਹੈ? ਦੇਖੋ ਜਿਹੜਾ ਆਈ ਕਾਰਡ ਜਿਹੜਾ ਉਹਨੇ ਬਣਾਇਆ ਹੋਇਆ ਸੀ ਉਹ ਹੁਣ ਇਹਨਾਂ ਨੂੰ ਜਿਹੜੇ ਪਾਰਕਿੰਗ ਵਾਲੇ ਸੀ ਉਹਨਾਂ ਨੂੰ ਇਹਦੇ ਬਾਰੇ ਪਤਾ ਨਹੀਂ ਲੱਗਾ। ਉਹ ਕਿਤੇ ਉਦੋਂ ਜਿਹੜਾ ਹੈ ਸੀ ਭੀੜ ਭੜੱਕਾ ਸੀ ਜਦੋਂ ਫੰਕਸ਼ਨ ਚੱਲ ਰਿਹਾ ਸੀ ਤੇ ਉਹਦੇ ਸੰਬੰਧ ਵਿੱਚ ਵੈਸੇ ਅਸੀਂ ਸਾਰਾ ਚੈੱਕਅਪ ਕਰਾਂਗੇ ਵੀ ਕੀ ਇਹਨਾਂ ਦਾ ਕਿਹਦੀ ਮਿਲੀ ਭੁਗਤ ਹੈ ਜਾਂ ਨਹੀਂ ਹੈ। ਇਹਦੇ ਬਾਰੇ ਜਿਹੜਾ ਇਨਵੈਸਟੀਗੇਸ਼ਨ 'ਚ ਪਤਾ ਲੱਗੂਗਾ। ਕੀ ਹੈ ਸਰ, ਕੀ ਬਣਦੀ ਕਾਰਵਾਈ ਕੀ ਕਰੋਗੇ? ਇਹਦੇ ਵਿੱਚ ਅਸੀਂ ਜਿਹੜਾ ਮੁਕੱਦਮਾ ਦਰਜ ਕਰ ਲਿਆ ਚੋਰੀ ਦਾ ਤੇ ਦੋਸ਼ੀ ਨੂੰ ਜਲਦੀ ਗ੍ਰਿਫਤਾਰ ਕੀਤਾ ਜਾਵੇ। ਇਸ ਮਾਮਲੇ ਨੂੰ ਦੇਖਣ ਤੋਂ ਬਾਅਦ ਕਈ ਸਵਾਲ ਜ਼ਹਿਨ ਦੇ ਵਿੱਚ ਆ ਰਹੇ ਨੇ ਕਿ ਨੌਸਰਬਾਜ਼ ਕੋਲ ਕੰਪਨੀ ਦਾ ਆਈ ਕਾਰਡ ਕਿੱਥੋਂ ਆਇਆ? ਕਿਸ ਵਾਰਦਾਤ ਦੇ ਪਿੱਛੇ ਪਾਰਕਿੰਗ ਵਾਲਿਆਂ ਦਾ ਹੱਥ ਤਾਂ ਨਹੀਂ ਹੈ? ਜੇਕਰ ਅਜਿਹਾ ਹੋਇਆ ਤਾਂ ਹੋਰ ਵੀ ਗੱਡੀਆਂ ਚੋਰੀ ਹੋਣ ਦਾ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ। ਖੈਰ, ਪੂਰੇ ਮਾਮਲੇ ਦੀ ਸੱਚਾਈ ਕੀ ਹੈ ਇਹ ਤਾਂ ਪੁਲਿਸ ਜਾਂਚ ਤੋਂ ਬਾਅਦ ਹੀ ਪਤਾ ਲੱਗੇਗਾ। ਪਰ ਵਾਰਦਾਤ ਆਪਣੇ ਆਪ 'ਚ ਬੇहद ਵੱਡੀ ਹੈ ਕਿਉਂਕਿ ਇੱਕ ਨਾਮੀ ਹੋਟਲ ਪਾਰਕਿੰਗ ਦੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਉਣਾ ਵੱਡੀ ਚਿੰਤਾ ਦਾ ਵਿਸ਼ਾ ਵੀ ਬਣ ਜਾਂਦਾ ਹੈ। ਲੁਧਿਆਣਾ ਤੋਂ ਨਵੀਨ ਸ਼ਰਮਾ ਦੇ ਨਾਲ ਬਿਊਰੋ ਰਿਪੋਰਟ PTC ਨਿਊਜ਼। ਅਗਲੀ ਖਬਰ ਦਾ ਰੁਖ ਕਰਦੇ ਹਾਂ ਜੋ ਨਿਕਲ ਕੇ ਸਾਹਮਣੇ ਆਈ ਹੈ ਗੁਆਂਢੀ ਸੂਬੇ ਹਰਿਆਣਾ ਤੋਂ, ਜਿੱਥੇ ਇੱਕ ਮਾਂ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ। ਇਸ ਮਾਂ ਨੇ ਹੱਥੀਂ ਆਪਣੇ 4 ਬੱਚਿਆਂ ਨੂੰ ਜ਼ਹਿਰ ਦੇ ਦਿੱਤਾ। ਪਰ ਆਖਿਰ ਕਿਉਂ ਇਸ ਦੇ ਵੱਲੋਂ ਇੱਕ ਖੌਫਨਾਕ ਕਦਮ ਚੁੱਕਿਆ ਗਿਆ? ਇੱਕ ਰਿਪੋਰਟ ਦੇ ਰਾਹੀਂ ਸਮਝਾਉਂਦੇ ਹਾਂ, ਲਓ ਵੇਖੋ। ਗੁਆਂਢੀ ਸੂਬੇ ਹਰਿਆਣਾ ਦੇ ਫਤਿਆਬਾਦ ਤੋਂ ਰੂਹ ਕੰਬਾ ਦੇਣ ਵਾਲੀ ਵਾਰਦਾਤ ਨਿਕਲ ਕੇ ਸਾਹਮਣੇ ਆਈ ਹੈ। ਇੱਥੇ ਇੱਕ ਅਜਿਹੀ ਘਟਨਾ ਵਾਪਰੀ ਹੈ ਜਿਸ ਦੇ ਬਾਰੇ ਜਿਸ ਕਿਸੇ ਨੇ ਵੀ ਸੁਣਿਆ ਉਸ ਦੇ ਲੂ ਕੰਡੇ ਖੜੇ ਹੋ ਗਏ, ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਇੱਥੇ ਇੱਕ ਘਰ 'ਚ ਵੇਖਦਿਆਂ ਲਾਸ਼ਾਂ ਵਿਛ ਗਈਆਂ। ਇੱਕ ਮਾਂ ਹੱਥੀਂ ਆਪਣੀ ਮਮਤਾ ਦਾ ਕਤਲ ਕਰਨ ਦੀ ਕੋਸ਼ਿਸ਼ ਕੀਤੀ। ਆਪਣੀ 4 ਬੱਚੀਆਂ ਨੂੰ ਜ਼ਹਿਰ ਦੇ ਦਿੱਤਾ ਗਿਆ। ਜੀ ਹਾਂ, ਦਿਲ ਨੂੰ ਹਿਲਾ ਕੇ ਰੱਖ ਦੇਣ ਵਾਲੀ ਇਹ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਫਤਿਆਬਾਦ ਦੇ ਪਿੰਡ ਬਨਗਾਵ, ਜਿੱਥੇ ਸੋਮਵਾਰ ਦੇਰ ਸ਼ਾਮ ਇੱਕ ਵਿਧਵਾ ਮਹਿਲਾ ਵੱਲੋਂ ਆਪਣੇ 4 ਬੱਚਿਆਂ ਨੂੰ ਜ਼ਹਿਰ ਦੇ ਦਿੱਤਾ ਗਿਆ ਤੇ ਫਿਰ ਖੁਦ ਵੀ ਸਲਫਾਸ ਖਾ ਕੇ ਮੌਤ ਨੂੰ ਗਲ ਲਾ ਲਿਆ। ਦੱਸਿਆ ਜਾ ਰਿਹਾ ਹੈ ਕਿ ਕਿਰਨ ਨਾਮ ਦੀ ਇਸ ਮਹਿਲਾ ਨੇ ਦੁੱਧ 'ਚ ਜ਼ਹਿਰ ਪਾ ਕੇ ਆਪਣੀ 3 ਧੀਆਂ ਤੇ ਇੱਕ ਪੁੱਤ ਨੂੰ ਜ਼ਹਿਰ ਦੇ ਦਿੱਤਾ। किरण पत्नी वकील वासी बनगांव अपने बच्चों के साथ कोई जहरीला पदार्थ खा लिया है और वो सद्भावना अस्पताल फतेहाबाद में दाखिल है। जो आने पर यहाँ पता लगा कि डॉक्टर साहब ने बताया कि इन्होंने सल्फास की टेबलेट खाई है। इसमें किरण की उसकी बेटी 2 बेटियों की डेथ हो गई है। 2 बच्चे छोटे आइना और कशी सीरियस हैं, वो सप्रा हॉस्पिटल में रेफर किए जा चुके हैं। ਜਾਣਕਾਰੀ ਮੁਤਾਬਕ 2 ਮਹੀਨੇ ਪਹਿਲਾਂ ਇਸ ਮਹਿਲਾ ਦੇ ਪਤੀ ਦੀ ਮੌਤ ਹੋ ਗਈ ਸੀ, ਜਿਸ ਕਾਰਨ ਉਹ ਪਰੇਸ਼ਾਨ ਰਹਿੰਦੀ ਸੀ। ਐਸੇ ਪਰੇਸ਼ਾਨੀ ਦੇ ਚਲਦਿਆਂ ਉਸਨੇ ਇਹ ਖੌਫਨਾਕ ਕਦਮ ਚੁੱਕਿਆ। ਜਦ ਕਿਰਨ ਤੇ ਉਸਦੇ ਬੱਚੇ ਜ਼ਹਿਰ ਦੇ ਅਸਰ ਕਾਰਨ ਤੜਫਣ ਲੱਗੇ, ਉਦੋਂ ਪਰਿਵਾਰ ਨੂੰ ਇਸ ਘਟਨਾ ਬਾਰੇ ਪਤਾ ਲੱਗਿਆ ਤੇ ਇਹਨਾਂ ਨੂੰ ਹਸਪਤਾਲ ਪਹੁੰਚਾਇਆ ਗਿਆ। ਜਾਣਕਾਰੀ ਮੁਤਾਬਕ ਹੁਣ ਤੱਕ ਮਹਿਲਾ ਤੇ ਉਸਦੀ 2 ਬੇਟੀਆਂ ਦੀ ਮੌਤ ਹੋ ਚੁੱਕੀ ਹੈ, ਜਦਕਿ ਇੱਕ ਲੜਕੇ ਤੇ ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਹਨਾਂ ਨੂੰ ਇਲਾਜ ਦੇ ਲਈ ਹਿਸਾਰ ਰੈਫਰ ਕਰ ਦਿੱਤਾ ਗਿਆ। ਪੁਲਿਸ ਵੱਲੋਂ ਮਾਮਲੇ 'ਚ ਅੱਗੇ ਦੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਧਰ ਇਸ ਮੰਦਭਾਗੀ ਘਟਨਾ ਤੋਂ ਬਾਅਦ ਇਲਾਕੇ 'ਚ ਸੋਗ ਦੀ ਲਹਿਰ पसर गई। 2-3 महीने पहले इसके पति की डेथ हुई थी और उसका अनुभव मामले में या किसी प्रकार की कोई नहीं, दोनों परिवार यहाँ इकट्ठे हैं। दौलतपुर उसका मायका था, बड़गांव उसकी ससुराल है, सभी लोग इकट्ठे हैं। तो कितने बजे जहर खाया इसने? ये दिन में कोई 3-3:30 बजे घर पे इन्होंने। तो परिवार वालों ने क्या बताया, मानसिक तौर पर परेशान चल रहे थे कैसे? बस थोड़ा बहुत पति की डेथ के बाद थोड़ा बहुत डिस्टर्ब थे, बाकी ऐसी लंबी कोई बात नहीं थी। परिवार साधन संपन्न है, कोई ऐसी दिक्कत वाली बात नहीं थी। ਇਸ ਘਟਨਾ ਬਾਰੇ ਜਿਸ ਕਿਸੇ ਨੇ ਵੀ ਸੁਣਿਆ ਉਹ ਸੁਣ ਰਹਿ ਗਿਆ, ਉਸ ਦੇ ਹੋਸ਼ ਫਾਕਤਾ ਹੋ ਗਏ। ਪਰ ਕੀ ਵਾਕਈ ਮਾਨਸਿਕ ਪਰੇਸ਼ਾਨੀ ਕਾਰਨ ਕਿਰਨ ਨਾਮ ਦੀ ਇਸ ਮਹਿਲਾ ਵੱਲੋਂ ਇਸ ਖੌਫਨਾਕ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ?
ਜਾਂ ਇਸ ਦੇ ਪਿੱਛੇ ਕਹਾਣੀ ਕੁਝ ਹੋਰ ਹੈ। ਫਿਲਹਾਲ ਇਹ ਜਾਂਚ ਦਾ ਵਿਸ਼ਾ ਹੈ ਤੇ ਗੱਲਾਂ ਜਾਂਚ ਤੋਂ ਬਾਅਦ ਹੀ ਸਾਫ਼ ਹੋ ਸਕਣਗੀਆਂ। PTC ਨਿਊਜ਼ ਲਈ ਫਤਿਹਾਬਾਦ ਤੋਂ ਸਾਹਿਲ ਦੀ ਰਿਪੋਰਟ।